ਹਾਂ ਅੱਜ ਅਸੀਂ ਪਹੁੰਚੇ ਹਾਂ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪੁਲਿਸ ਹਸਪੀਟਲ ਦੇ ਵਿੱਚ। ਜਿਵੇਂ ਕਿ BBC ਪੰਜਾਬ ਦੇ ਪ੍ਰੋਗਰਾਮ ਕਰੋਨਾ ਵਾਰੀਅਰ ਦੇ ਤਹਿਤ ਅਸੀਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਧਿਕਾਰੀਆਂ ਨੂੰ ਮਿਲੇ ਹਾਂ, ਜਿਨ੍ਹਾਂ ਨੇ ਕਰੋਨਾ ਦੇ ਤਹਿਤ ਆਪਣੇ ਆਪਣੇ ਡਿਪਾਰਟਮੈਂਟ ਦੇ ਰਾਹੀਂ ਜਿਹੜੀ ਆਪਣੀ ਡਿਊਟੀ ਆ ਬਾਖੂਬੀ ਨਿਭਾਈ ਤੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਅਸੀਂ ਗੱਲ ਕਰਾਂਗੇ ਪੁਲਿਸ ਲਾਈਨ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਹਸਪੀਟਲ ਆ ਉਹਦੇ ਵਿੱਚ ਡਾਕਟਰ ਲਖਵੀਰ ਸਿੰਘ ਜੀ PCMs ਉਹਨਾਂ ਦੇ ਨਾਲ ਉਹਨਾਂ ਨੂੰ ਪਿਛਲੇ ਸਮੇਂ ਦੌਰਾਨ DGP ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਕਰੋਨਾ ਦੇ ਕਾਰਨ ਜਿਹੜੀ ਡਿਊਟੀ ਦਿੱਤੀ ਗਈ ਓਨੈਸਟੀ ਨਾਲ, ਇਮਾਨਦਾਰੀ ਨਾਲ ਤੇ ਵਧੀਆ ਤਰੀਕੇ ਨਾਲ ਨਿਭਾਈ ਹੈ। ਡਾਕਟਰ ਸਾਹਿਬ ਤੁਹਾਡਾ ਜੀ ਸਵਾਗਤ ਹੈ ਜੀ ਸਾਡੇ ਚੈਨਲ ਤੇ ਜੀ। ਥੈਂਕ ਯੂ, ਵੈਲਕਮ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤੁਹਾਡੇ ਨਾਲ, ਤੁਸੀਂ ਇਸ ਡਿਪਾਰਟਮੈਂਟ ਦੇ ਵਿੱਚ ਪੁਲਿਸ ਦੇ ਹਸਪੀਟਲ ਦੇ ਵਿੱਚ ਕਦੋਂ ਜੁਆਇਨਿੰਗ ਕੀਤੀ? ਮੈਂ ਜਦੋਂ ਸਰ 2014 ਵਿੱਚ ਇੱਥੇ ਆਇਆ ਜੂਨ ਵਿੱਚ, ਤੇ ਅੱਜ ਮੈਨੂੰ ਲਗਭਗ 7ਵਾਂ ਸਾਲ ਜਾ ਰਿਹਾ। 2014 ਵਿੱਚ ਮੈਂ ਇੱਥੇ ਜੁਆਇਨ ਕੀਤਾ। ਜਦੋਂ ਮੈਂ ਇੱਥੇ ਜੁਆਇਨ ਕੀਤਾ ਤੇ ਬਿਲਡਿੰਗ ਦੀ ਇਨਫਰਾਸਟ੍ਰਕਚਰ ਦੀ ਬਹੁਤ ਦਿੱਕਤ ਸੀ। ਕੁਦਰਤੀ 2014 ਵਿੱਚ ਕਰੋਨਾ ਦਾ ਵੀ ਇਸ ਪੁਲਿਸ ਲਾਈਨ 'ਚ ਬਹੁਤ ਕਹਿਰ ਵਾਪਰਿਆ, ਬਹੁਤ ਸਪਰੈਡ ਹੋ ਗਿਆ ਵਾਇਰਸ, ਇਹ ਫੀਵਰ। ਸੋ ਸਾਡੀ ਉਹ ਪਰਖ ਦਾ ਸਮਾਂ ਸੀ, ਹਾਲਾਤ ਨਹੀਂ ਸੀ ਬੈੱਡ ਫੋਲਡਿੰਗ ਆਪਾਂ ਲਏ, ਕੁਛ ਅਸੀਂ ਡੰਡੇ ਜੇ ਲਿਆ ਕੇ ਤਾਂ ਗਲੂਕੋਜ਼ ਟੰਗ ਲੈਣਾ, ਆਪਣੇ ਪੱਧਰ ਤੇ ਇਲਾਜ ਕਰਨਾ। ਮਕਸਦ ਇੱਦਾਂ ਰਹਿੰਦਾ ਹੁੰਦਾ ਸੀ, ਮੈਨੂੰ ਇੱਦਾਂ ਲੱਗਦਾ ਸੀ ਵੀ ਡਾਕਟਰ ਚਾਹੇ ਸਿਵਲ ਸਰਜਨ ਲੱਗ ਜੇ, ਚਾਹੇ ਡਾਕਟਰ ਡਾਇਰੈਕਟਰ ਬਣ ਜੇ, ਚਾਹੇ ਕਿਸੇ ਵੀ ਪੋਸਟ ਤੇ ਆ। ਕਈ ਪੋਸਟਾਂ ਤਾਂ ਐਡਮਨ ਪੋਸਟਾਂ ਹੀ ਆ ਸਿਰਫ, ਪਰ ਜੇ ਉਹ ਮਰੀਜ਼ ਨਹੀਂ ਦੇਖਦਾ, ਮੈਨੂੰ ਲੱਗਦਾ ਵੀ ਉਹ ਆਪਣੇ ਪ੍ਰੋਫੈਸ਼ਨ ਤੋਂ ਪਰੇ ਹਟ ਰਿਹਾ ਔਰ ਇਨਜਸਟਿਸ ਹੈ। ਆਪਾਂ ਨੂੰ ਮਰੀਜ਼ ਦੇਖਣੇ ਸਭ ਤੋਂ ਪ੍ਰਾਈਮ ਕੰਮ ਹੈ ਸਾਡਾ। ਤਾਂ ਪ੍ਰਾਇਮਰੀਲੀ ਉਦੋਂ ਡੇਂਗੂ ਦਾ ਪੀਰੀਅਡ ਆ ਗਿਆ ਸੀ। ਉਸ ਪੀਰੀਅਡ ਵਿੱਚ ਬਹੁਤ ਕੰਮ ਕਰਨ ਦਾ ਮੌਕਾ ਮਿਲਿਆ। ਲਗਭਗ 150 ਦੇ ਕਰੀਬ ਮਰੀਜ਼ ਉਦੋਂ ਇੱਥੇ ਬੁਖਾਰ ਦੇ ਡੇਂਗੂ ਜਿਹੜਾ ਫੈਲਿਆ ਉਦੋਂ ਇੱਥੇ ਮੈਨੇਜ ਕੀਤੇ ਗਏ। ਫਿਰ ਪੀਰੀਅਡ ਚੱਲਦਾ ਰਿਹਾ, ਡਾਕਟਰ ਦੀਆਂ ਡਿਊਟੀਆਂ, ਪੁਲਿਸ ਦੇ ਮੁਲਾਜ਼ਮ ਜਿਹੜੇ ਲਗਭਗ 2500 ਦੇ ਕਰੀਬ ਮੁਲਾਜ਼ਮ ਹੈ, ਤੇ ਉਹ ਤੋਂ ਇਲਾਵਾ ਉਹਨਾਂ ਦੀਆਂ ਪਰਿਵਾਰ ਹੈ। ਇੱਥੇ ਰੈਜ਼ੀਡੈਂਸ ਵੀ ਹੈ 500 ਦੇ ਕਰੀਬ ਕੁਆਟਰ, ਜਿਨ੍ਹਾਂ 'ਚ ਮੁਲਾਜ਼ਮ ਵੀ ਰਹਿ ਰਹੇ, ਉਹਨਾਂ ਦਾ ਵੀ ਇਲਾਜ ਕਰਨਾ। ਸਭ ਤੋਂ ਵੱਡੀ ਗੱਲ ਇਹ ਹੈ ਵੀ ਪੁਲਿਸ ਹਸਪੀਟਲ ਦਾ ਜਿਹੜਾ ਐਡਜੋਇਨਿੰਗ ਏਰੀਆ ਸਾਰਾ, ਉਹਨੂੰ ਵੀ ਇਹਦਾ ਬਹੁਤ ਵਾਧਾ ਹੈ ਵੀ ਉਹਨਾਂ ਦਾ ਵੀ ਇਲਾਜ ਇੱਥੇ ਕੀਤਾ ਜਾਂਦਾ ਔਰ ਬਿਲਕੁਲ ਫ੍ਰੀ ਮੁਫਤ 'ਚ ਇਲਾਜ ਹੁੰਦਾ। ਹੌਲੀ ਹੌਲੀ ਤੁਸੀਂ ਇੱਥੇ ਦੇਖਿਆ ਵੀ ਆ ਵੀ ਬਿਲਡਿੰਗ ਜਿਹੜੀ ਆ, ਹੁਣ ਇੱਥੇ ਲਗਭਗ 10 ਮਰੀਜ਼ ਅਸੀਂ ਜਿਹੜੇ ਇੱਕ ਟਾਈਮ ਤੇ ਇਲਾਜ ਦਾਖਲ ਕਰਕੇ ਉਹਨਾਂ ਦਾ ਇਲਾਜ ਕਰ ਸਕਦੇ। ਹੁਣ ਵੀ ਕਾਫੀ ਕੰਮ ਚੱਲਦਾ ਰਿਹਾ। ਏਅਰ ਕੰਡੀਸ਼ਨਡ ਹੈ, AC ਲੱਗੇ ਹੋ, ਸਪਲਿਟ, ਇੱਥੇ ਲੋਕਾਂ ਨੂੰ ਵੈਸੇ ਵੀ ਬੜਾ ਆਰਾਮ ਮਹਿਸੂਸ ਹੁੰਦਾ। ਸਫਾਈ ਦਾ ਵੀ ਬੜਾ ਧਿਆਨ ਰੱਖਦੇ ਆ ਵੀ ਕੋਈ ਪੇਸ਼ੈਂਟ ਇੱਕ ਉੱਠ ਕੇ ਜਾਂਦਾ ਆ ਤੇ ਨਾਲ ਹੀ ਅਸੀਂ ਉਸ ਜਿਹੜਾ ਆ ਚੰਦਰਾਂ ਜਾਂ ਉਹ ਇੱਥੇ ਹਸਪੀਟਲ ਦਾ ਜਿਹੜਾ ਵਾਸ਼ਰਮੈਨ ਆ ਪੁਲਿਸ ਲਾਈਨ ਦਾ, ਉਹ ਤੋਂ ਨਾਲ ਵਾਸ਼ ਕਰਾ ਲੈਂਦੇ ਹਾਂ ਵੀ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ। ਬਹੁਤ ਚੀਜ਼ਾਂ ਦੀ ਜ਼ਰੂਰਤ ਸੀ ਸ਼ੁਰੂ 'ਚ ਆ ਕੇ। ਕਈ ਵਾਰੀ ਪੇਸ਼ੈਂਟ ਲੱਗਣਾ ਵੀ ECG ਹੋਣੀ ਚਾਹੀਦੀ ਆ। ECG ਮਸ਼ੀਨ ਵੀ ਆਪਣੇ ਪੱਧਰ ਤੇ BPL ਦੀ, ਜਿਵੇਂ ਉਹ 6 ਚੈਨਲ ਮਸ਼ੀਨ ਲਿਆਂਦੀ ਜਿਹੜੀ ਵਿਦ ਰਿਪੋਰਟ ਹੈ। ਫਿਰ ਛੋਟੀ ਮੋਟੀ ਸਰਜਰੀ ਕਰਨੀ, ਲੋਡ ਸੀ, ਥੀਏਟਰ ਲਾਈਟ ਸੀ, ਉਹ ਵੀ ਲੈਣ ਦੀ। ਕੋਈ ਪੋਇਜ਼ਨਿੰਗ ਕੇਸ ਆ ਜਾਂਦਾ ਜਾਂ ਕੋਈ ਉਹ 'ਚ ਸਕਸ਼ਨ ਦੀ ਲੋੜ ਪੈਂਦੀ ਸੀ, ਸਕਸ਼ਨ ਮਸ਼ੀਨ ਲਿਆਂਦੀ। ਸਟਰਲਾਈਜੇਸ਼ਨ ਪ੍ਰੋਪਰ ਨਹੀਂ ਸੀ, ਆਟੋਕਲੇਵ ਲਿਆਂਦੇ ਵੀ ਤਾਂ ਕਿ ਡਰੈਸਿੰਗ ਵਾਸਤੇ ਪੂਰਾ ਅੰਡਰ ਏਸੈਪਟਿਕ ਕੰਡੀਸ਼ਨਸ ਲੋਕਾਂ ਦੀ ਡਰੈਸਿੰਗ ਹੋਵੇ। ਸੋ ਇੱਦਾਂ ਹੀ ਚੱਲਦਾ ਰਿਹਾ ਸਿਲਸਿਲਾ। ਬਿਲਡਿੰਗ ਬਹੁਤ ਸੋਹਣੀ ਅੱਜ ਬਣ ਗਈ ਹੈ, AC ਹੈ, ਬੈਡਸ ਲੱਗੇ ਆ, ਰੂਮ ਵੀ ਡਾਕਟਰ ਦੇ ਬਹਿਣ ਲਈ ਵੀ, ਹੋਰ ਵੀ ਪੇਸ਼ੈਂਟ ਦੇ ਬੈਠਣ ਦਾ ਪੂਰਾ ਪ੍ਰਬੰਧ ਹੈ। ਇਸੇ ਸਮੇਂ ਦੌਰਾਨ ਇਹ ਸਾਰਾ ਚੱਲਦਿਆਂ ਸਾਲ ਆ ਗਿਆ 2020, ਜਿਹਦੇ ਵਿੱਚ ਮਾਰਚ ਵਿੱਚ ਕਰੋਨਾ ਦਾ ਜਿਹੜਾ ਹੈ ਨਾ, ਇਹ ਵੀ ਸਾਡਾ ਇੱਕ ਪਰਖ ਦਾ ਸਮਾਂ ਹੀ ਆ ਗਿਆ। ਉੱਦਾਂ ਵਿੱਚ ਵਿਚਾਲੇ ਤੁਹਾਨੂੰ ਪਤਾ ਸ਼ਹਿਰ 'ਚ ਡਾਇਰੀਆ ਵੀ ਫੈਲਿਆ ਜਦੋਂ ਪਿਛਲੇ ਸਮੇਂ ਦੌਰਾਨ, ਮੈਨੂੰ ਲੱਗਦਾ ਕਪਲ ਆਫ ਈਅਰਸ ਬੈਕ ਜੇ ਜਾਈਏ, ਤੇ ਉਸ ਸਮੇਂ 'ਚ ਵੀ ਅਸੀਂ ਜਿਹੜਾ ਨਾ ਆਲੇ ਦੁਆਲੇ ਦੇ ਏਰੀਏ ਦੇ ਪਲੱਸ ਮੁਲਾਜ਼ਮਾਂ ਦੇ ਜਿਹੜੇ ਡਾਇਰੀਆ ਦੇ ਪੇਸ਼ੈਂਟ ਦਸਤ ਰੋਗ ਨਾਲ ਸੀ, ਉਹ ਇੱਥੇ ਦਾਖਲ ਕਰਦੇ ਰਹੇ ਤੇ ਉਹਨਾਂ ਨੂੰ ਵੀ ਮੈਨੇਜ ਕੀਤਾ ਬੜਾ। ਹੁਣ ਵੀ ਡੇਂਗੂ ਦਾ ਸੀਜ਼ਨ ਚੱਲ ਰਿਹਾ, ਉਹਨਾਂ ਦਾ ਵੀ ਚੱਲ ਰਿਹਾ ਪੈਰਲਲ, ਤੇ ਕਰੋਨਾ ਦਾ ਕੰਮ ਮਾਰਚ ਤੋਂ ਸ਼ੁਰੂ ਹੋਇਆ। ਸ਼ੁਰੂ 'ਚ ਜਦੋਂ ਮੈਂ ਅੱਜ ਇੱਦਾਂ ਮੈਨੂੰ ਲੱਗਦਾ ਸਿਰਫ ਜਿਹੜਾ ਉਦੋਂ ਫੀਅਰ ਸੀ ਜਿਹੜਾ ਉਹਨਾਂ ਹਾਲਾਤਾਂ 'ਚ ਮਾਰਚ 'ਚ ਜਦੋਂ ਕੰਮ ਸ਼ੁਰੂ ਕੀਤਾ, ਤੇ ਸੱਚੀ ਯਕੀਨ ਜਾਣਿਓ ਵੀ ਸਾਨੂੰ ਲੱਗਦਾ ਸੀ ਵੀ ਇਹ ਜਿੱਦਾਂ ਮੌਤ ਹੀ ਆ ਕਰੋਨਾ ਨੇ। ਅੱਜ ਉਹ ਫੀਅਰ ਘਟ ਗਿਆ, ਡਰ ਘਟ ਗਿਆ ਲੋਕਾਂ 'ਚ, ਹੁਣ ਫੋਬੀਆ ਨਹੀਂ ਹੈਗਾ।
ਸੋਸ਼ਲ ਸਟਿਗਮਾ ਜਿਹੜਾ ਉਦੋਂ ਫੇਸ ਕੀਤਾ, ਕਿਉਂਕਿ ਅਸੀਂ ਡਾਕਟਰ ਸੀ, ਅਸੀਂ ਤਾਂ ਪਿੱਛੇ ਰਹਿ ਨਹੀਂ ਸੀ ਸਕਦੇ। ਉੱਤੋਂ ਪੁਲਿਸ ਮੁਲਾਜ਼ਮ ਸਾਡੇ ਥਾਂ ਥਾਂ ਨਾਕਿਆਂ ਤੇ, ਚਾਹੇ ਉਹ ਪਟਲਾਵਾ, ਬਿੰਜੋਂ ਜਾਂ ਉਹ ਏਰੀਆ ਜਿਹੜਾ ਜਿੱਥੇ ਮੋਰਾਂ ਵਾਲੀ ਜਿੱਥੇ ਬਹੁਤ ਹਾਈ ਰਿਸਕ ਜ਼ੋਨ ਸੀਗਾ, ਸਾਡੇ ਮੁਲਾਜ਼ਮ, ਲੋਕੀ ਤਾਂ ਘਰਾਂ 'ਚ ਬੰਦ ਹੋ ਗਏ, ਬਾਹਰ ਮੂਵਮੈਂਟ ਬੰਦ ਹੋ ਗਈ ਟੋਟਲੀ, ਕਰਫਿਊ ਲੱਗ ਗਏ। ਪਰ ਪੁਲਿਸ ਦੇ ਤਾਂ ਨਾਕੇ ਸੀਗੇ ਨਾ, ਪੁਲਿਸ ਵਿਚਾਰੀ ਨੂੰ ਤਾਂ ਐਕਸਪੋਜ਼ਰ ਮਿਲ ਰਿਹਾ ਸੀਗਾ, ਤੇ ਅਸੀਂ ਫਿਰ ਪਲੱਸ ਲੋਕਾਂ ਨੂੰ ਵੀ ਦੇਖਦੇ ਸੀ ਤੇ ਪੁਲਿਸ ਨੂੰ ਵੀ ਐਗਜ਼ਾਮਿਨ ਕਰਦੇ ਸੀ। ਉਸ ਸਮੇਂ ਦੌਰਾਨ ਸਾਨੂੰ ਇੱਕ ਐਂਬੂਲੈਂਸ ਪ੍ਰੋਵਾਈਡ ਕੀਤੀ ਗਈ ਜਿਹੜੀ ਫਿੰਗਰਪ੍ਰਿੰਟ ਵਾਲੀ ਐਂਬੂਲੈਂਸ ਹੈ। ਉਹ ਐਂਬੂਲੈਂਸ ਪੇਸ਼ੈਂਟ ਦਾ ਕੋਈ ਲਟਾਉਣ ਦਾ ਨਹੀਂ ਸੀ, ਬਟ ਉਹਦੇ 'ਚ ਫਿਰ ਵੀ ਅਸੀਂ ਉਹਨੂੰ ਐਂਬੂਲੈਂਸ ਦਾ ਕੰਮ ਲਿਆ। ਔਰ ਜਗ੍ਹਾ ਜਗ੍ਹਾ ਤੇ ਜਾ ਕੇ ਮੈਨੂੰ ਯਾਦ ਹੈ ਵੀ ਅਸੀਂ ਲਗਭਗ 3-4 ਦਿਨਾਂ 'ਚ ਨਾ ਪੂਰੇ ਜ਼ਿਲ੍ਹੇ ਦੀ ਸਕਰੀਨਿੰਗ ਕਰਤੀ। ਰਾਤ ਨੂੰ ਜਿਹੜੇ ਨਾਈਟ ਤੇ ਨਾਕੇ ਹੁੰਦੇ ਸੀਗੇ, ਰਾਤ ਨੂੰ ਪੁਲਿਸ ਜਿੱਥੇ ਖੜੀ ਹੁੰਦੀ ਸੀ ਨਾਕਿਆਂ ਤੇ, ਰਾਤ ਨੂੰ 12 ਵਜੇ 1 ਵਜੇ 2 ਘੰਟੇ ਸੌਣਾ, ਬੱਚਿਆਂ ਤੋਂ ਦੂਰੀ ਬਣਾ ਕੇ ਰੱਖਣੀ। ਸੱਚ ਜਾਣਿਓ, ਬੱਚਿਆਂ ਦੇ ਜਨਮ ਦਿਨ ਜਾਂ ਜਿਹੜੇ ਬੰਦੇ ਦੇ ਬੜੇ ਖਾਸ ਦਿਨ ਹੁੰਦੇ ਆ, ਵੈਡਿੰਗ ਐਨੀਵਰਸਰੀ, ਉਹ ਸਾਰੇ ਇੱਥੇ ਹੀ ਮਨਾਏ, ਹਸਪਤਾਲ 'ਚ ਹੀ, ਇੱਥੇ ਹੀ ਕੇਕ ਕੱਟ ਲਏ। ਬੱਚਿਆਂ ਤੋਂ ਬਹੁਤ ਦੂਰੀ, ਫੈਮਿਲੀ ਤੋਂ ਬਹੁਤ ਦੂਰੀ ਬਣਾ ਕੇ ਰੱਖਣੀ ਬੜੀ ਔਖੀ ਆ, ਕਿਉਂਕਿ ਬੱਚਿਆਂ ਨੂੰ ਨਿੱਕੀ ਨਿੱਕੀ ਗੱਲ ਤੇ ਫੈਮਿਲੀ ਨੂੰ ਸਮਝਾਉਣਾ ਬਹੁਤ ਔਖਾ ਆ। ਪਿਆਰ ਹੁੰਦਾ ਤੇ ਨੇੜੇ ਆਉਣ ਤੋਂ ਗੁਰੇਜ਼ ਵੀ ਘੱਟ ਕਰਦੇ। ਆਪਾਂ ਆਪਣੇ ਆਪ ਨੂੰ ਉਸ ਸਮੇਂ 'ਚ ਵੀ ਰੱਖਿਆ ਵੀ ਜੇ ਚਲੋ ਕੁਝ ਹੁੰਦਾ ਆ ਤੇ ਕਮ ਸੇ ਕਮ ਫੈਮਿਲੀ ਤਾਂ ਬਚ ਜੇ। ਸੋ ਉਹ ਪੀਰੀਅਡ ਲੰਘਦਿਆਂ ਉਹ ਸਾਰਾ ਚੱਲਦਾ ਰਿਹਾ, ਲਗਾਤਾਰ ਕੰਟੀਨਿਊਡ ਚੱਲਦਾ ਰਿਹਾ। ਪੁਲਿਸ ਲਾਈਨ 'ਚ ਸਕਰੀਨਿੰਗ ਪੋਸਟ ਬਣੀ, ਜਿਹਦੇ 'ਚ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਐਂਟਰ ਕਰਦੇ ਸੀ, ਇੱਥੇ ਕਈ ਮੁਲਾਜ਼ਮਾਂ ਦਾ ਤਾਂ ਨਾਕੇ ਤੇ ਸਕਰੀਨਿੰਗ ਹੋ ਜਾਂਦੀ ਸੀ, ਚੈੱਕ ਹੋ ਜਾਂਦੇ ਸੀ, ਪਰ ਕਈ ਮੁਲਾਜ਼ਮ ਇਦਾਂ ਦੇ ਸੀ ਜਿਹੜੇ ਬਾਹਰੋਂ ਬਾਹਰ ਇੱਥੇ ਆ ਜਾਂਦੇ ਸੀ, ਜਾਂ ਜਿਨ੍ਹਾਂ ਦੀ ਨਾਕਿਆਂ ਤੇ ਨਹੀਂ ਸੀ ਡਿਊਟੀ, ਉਹਨਾਂ ਦੀ ਅਸੀਂ ਲਾਈਨ 'ਚ ਆ ਕੇ, ਈਵਨ ਲਾਈਨ 'ਚ ਕੋਈ ਲੋਕ ਵੀ ਜਿਹੜੇ ਐਂਟਰ ਕਰਦੇ ਸੀ ਜਾਂ ਹੋਰ ਵੀ, ਅਸੀਂ ਉਹਨਾਂ ਦੀ ਵੀ ਇੱਥੇ ਸਾਰਿਆਂ ਦੀ ਸਕਰੀਨਿੰਗ ਪੋਸਟ ਤੇ ਕੀਤੀ। ਉਹ ਲਗਭਗ ਜੇ ਟੋਟਲ ਗਿਣਤੀ ਲਾਈਏ ਤਾਂ 6000 ਇਦਾਂ ਉਹ ਐਂਟਰੀ ਸਾਡੇ ਕੋਲ ਸੀ ਜਿਨ੍ਹਾਂ ਦੀ ਸਕਰੀਨਿੰਗ ਕੀਤੀ ਗਈ। ਜੇ ਸਿੰਪਟੋਮੈਟਿਕ ਕੇਸ ਲੱਗਦਾ ਸੀ, ਚਿੰਨ੍ਹ ਲੱਗਦੇ ਸੀ, ਉਹਦਾ ਅਸੀਂ ਕੋਵਿਡ ਟੈਸਟ ਕਰਨ ਲੱਗ ਪਏ। ਪਹਿਲਾਂ ਤਾਂ ਲਗਾਤਾਰ ਸਰਕਾਰ ਦੇ ਆਦੇਸ਼, ਡੀਜੀਪੀ ਦਿਨਕਰ ਗੁਪਤਾ ਜੀ ਦੇ ਆਦੇਸ਼ ਜਿਵੇਂ ਆਏ, ਤੇ ਫਿਰ ਇਹ ਲਗਾਤਾਰ ਇਹਦੀ ਸੈਂਪਲਿੰਗ ਸ਼ੁਰੂ ਕੀਤੀ, PCR ਜਿਹੜੇ ਸੈਂਪਲ ਲੈਂਦੇ ਰਹੇ। ਫਿਰ ਉਹ ਵਿੱਚ ਵਿਚਾਲੇ ਬੰਦ ਵੀ ਕੀਤੀ ਗਈ। ਫਿਰ ਇਹਨਾਂ ਨੇ ਕਿਹਾ ਨੀਡ ਬੇਸਡ ਸ਼ੁਰੂ ਕਰਤੀ ਜਾਏ, ਸਿੰਪਟੋਮੈਟਿਕ, ਫਿਰ ਅਸੀਂ ਉਸ ਤਰ੍ਹਾਂ ਕਰਤੀ। ਹੁਣ ਫਿਰ ਥੋੜਾ ਚਿਰ, ਲਗਭਗ 2 ਮਹੀਨੇ ਤੋਂ, ਇਹ 1.5-2 ਮਹੀਨੇ ਤੋਂ ਪਹਿਲਾਂ ਤੋਂ ਫਿਰ ਸਾਰੀ ਪੁਲਿਸ ਦੀ ਫਿਰ ਸ਼ੁਰੂ ਹੋ ਗਈ ਸੈਂਪਲਿੰਗ, ਅੱਜ ਵੀ ਕਰ ਰਹੇ ਹਾਂ। ਇਸੇ ਸਮੇਂ ਦੌਰਾਨ ਜਿਹੜਾ ਅੱਜ ਆਪਾਂ ਇਸ ਗੱਲੋਂ ਬਹੁਤ ਖੁਸ਼ ਹਾਂ ਵੀ ਜਿਹੜਾ ਕਰੋਨਾ ਦਾ ਕੰਮ, ਜਿਹੜਾ ਲੋਕਾਂ 'ਚ ਫੀਅਰ ਘਟਿਆ, ਸੋਸ਼ਲ ਸਟਿਗਮਾ ਜਿਹੜਾ ਵਿਤਕਰਾ ਸੀ ਉਹ ਘਟ ਗਿਆ, ਤੇ ਸਾਨੂੰ ਕੰਮ ਕਰਨ 'ਚ ਦਿੱਕਤ ਨਹੀਂ ਹੁਣ ਆ ਰਹੀ। ਨਹੀਂ ਤਾਂ ਲੋਕਾਂ ਨੂੰ ਸਮਝਾਉਣ ਵਿੱਚ ਬੜੀ ਦਿੱਕਤ ਆਉਂਦੀ ਸੀ ਵੀ ਲੋਕਾਂ ਨੂੰ ਕਿੱਦਾਂ ਖਾਨੇ ਗੱਲ ਪਈ ਹੈ ਵੀ ਯਾਰ ਇਦਾਂ ਨਹੀਂ ਹੈ, ਜਿਹੜੀਆਂ ਚੀਜ਼ਾਂ ਦੀ ਮੈਯਰ ਲੈਣੀ ਉਹ ਜ਼ਰੂਰੀ ਹੈ, ਪਰ ਜਿਨ੍ਹਾਂ ਚੀਜ਼ਾਂ ਨੂੰ ਬਿਨਾਂ ਵਜ੍ਹਾ ਵੀ ਨਾ ਕਿਸੇ ਨੂੰ ਤੋਂ ਦੂਰੀ ਬਣਾਈ ਜਾਏ, ਬਿਨਾਂ ਵਜ੍ਹਾ। ਸੋ ਉਹ ਕਰੋਨਾ ਦਾ, ਕੋਵਿਡ ਦਾ ਕੰਮ ਕਰਦਿਆਂ ਇੰਨੀ ਖੁਸ਼ੀ ਮਿਲੀ ਵੀ ਸਮਾਜ ਨੇ, ਲੋਕਾਂ ਨੇ ਕਿੰਨਾ ਸਾਨੂੰ ਫੀਡਬੈਕ ਕਿੱਦਾਂ ਮਿਲੀ, ਸਾਨੂੰ ਕਿੱਦਾਂ ਉਤਸ਼ਾਹ ਮਿਲਿਆ। ਅਧਿਕ ਉਤਸ਼ਾਹਤ ਹੋਏ ਇਦਾਂ ਵੀ ਜਿਹੜੀਆਂ ਕਈ ਧਾਰਮਿਕ ਜਥੇਬੰਦੀਆਂ ਆ, ਉਹਨਾਂ ਨੇ ਮਾਨਵਤਾ ਮੰਦਰ, ਹੋਰ ਰਾਮਚਰਿਤ ਮਾਨਸ, ਜਾਂ ਇਹਨਾਂ ਨੇ ਸਾਨੂੰ ਬੁਲਾ ਕੇ, ਇਹਨਾਂ ਦੇ ਜਿਹੜੇ ਕਮੇਟੀਜ਼ ਹੈ, ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ, ਬਹੁਤ ਸਨਮਾਨ ਦਿੱਤਾ। ਕਈ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਵੀ ਸਨਮਾਨਿਤ ਬਹੁਤ ਹੋਏ, ਪਿੰਡਾਂ ਦੀਆਂ ਪੰਚਾਇਤਾਂ 'ਚ ਵੀ ਜਾਂਦੇ ਰਹੇ, ਉੱਥੋਂ ਵੀ ਬਹੁਤ ਸਨਮਾਨਿਤ ਕੀਤਾ ਗਿਆ। ਬਾਰ ਐਸੋਸੀਏਸ਼ਨ ਦਾ ਜਸਟ ਮਹੀਨਾ ਕੁ ਪਹਿਲਾਂ ਵਕੀਲਾਂ ਦੀ ਐਸੋਸੀਏਸ਼ਨ ਜਿਹੜੀ ਬਾਹਰ, ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ। ਸਾਡੀ ਕਰੋਨਾ ਟੀਮ ਨੂੰ ਸਾਰੀ, ਇਨਕਲੂਡਿੰਗ ਡਰਾਈਵਰ, ਲੈਬ ਟੈਕਨੀਸ਼ੀਅਨ, ਜਿੰਨੀ ਵੀ ਸਾਡੀ ਟੀਮ ਜਾਂਦੀ ਸੀ। ਸੋ ਉਹਦੇ ਤੋਂ ਬਾਅਦ ਜਿਹੜੀ ਦੇਖੋ, ਇਸੇ ਚੀਜ਼ ਨੂੰ ਲੈ ਕੇ ਵਰਧਮਾਨ ਥ੍ਰੈਡਸ ਐਂਡ ਯਾਰਨ ਲਿਮਟਿਡ ਜਿਹੜੇ ਆ, ਉਹਨਾਂ ਨੇ ਸਾਡੇ ਕੰਮ ਤੋਂ ਖੁਸ਼ ਹੋ ਕੇ, ਉਹਨਾਂ ਨੂੰ ਲੱਗਿਆ ਵੀ ਸਾਨੂੰ ਪੁੱਛਿਆ ਤੁਹਾਨੂੰ ਕੀ ਜ਼ਰੂਰਤ ਹੈ, ਅਸੀਂ ਕਿਹਾ ਸਾਨੂੰ ਐਂਬੂਲੈਂਸ ਚਾਹੀਦੀ, ਕੋਈ ਕਰੋਨਾ ਪੇਸ਼ੈਂਟ ਜਾਂ ਹੋਰ ਕੋਈ ਵੀ ਸ਼ਿਫਟ ਕਰਨਾ ਸਾਨੂੰ ਦਿੱਕਤ ਆਉਂਦੀ। ਉਹਨਾਂ ਨੇ ਸਾਨੂੰ ਲਗਭਗ 8 ਲੱਖ ਦੇ ਕਰੀਬ ਕਾਸਟ ਜਿਹਦੀ ਐਂਬੂਲੈਂਸ ਦੀ ਹੈ ਉਹ ਸਾਨੂੰ ਮੁਹੱਈਆ ਕਰਾਤੀ ਹੈ, ਤੇ ਥੋੜੇ ਦਿਨ ਪਹਿਲਾਂ, 2 ਹਫ਼ਤੇ ਪਹਿਲਾਂ ਸਾਨੂੰ ਹੈਂਡਓਵਰ ਕਰ ਗਏ। ਸੋ ਇਹ ਇਦਾਂ ਦਾ ਸਫ਼ਰ ਚੱਲਦਾ ਰਿਹਾ। ਅੱਜ ਇਹ ਬਹੁਤ ਸੋਹਣਾ ਹਸਪੀਟਲ ਹੈ, ਬਹੁਤ ਸੋਹਣਾ ਹਸਪਤਾਲ ਹੈ, ਤੇ ਇੱਥੇ ਮਰੀਜ਼ ਨੂੰ ਵੀ ਸਕੂਨ ਮਿਲਦਾ। ਸੱਚੀ ਪੁੱਛੋ ਤਾਂ ਮਰੀਜ਼ ਠੀਕ ਹੋ ਜਾਂਦਾ, ਫਿਰ ਵੀ ਉਹਦਾ ਜਾਣ ਨੂੰ ਦਿਲ ਨਹੀਂ ਕਰਦਾ। ਜੂਨ ਜੁਲਾਈ 'ਚ ਜਦੋਂ ਠੰਡੀਆਂ ਹਵਾਵਾਂ ਏਸੀ ਦੀਆਂ ਨੂੰ ਮਿਲਦੀਆਂ, ਸੋ ਅਸੀਂ ਇਦਾਂ ਕਰਦੇ। ਪਰ ਜਦੋਂ ਪੇਸ਼ੈਂਟ ਨੂੰ ਸਕੂਨ ਮਿਲਦਾ ਜੀ, ਤੇ ਸਾਨੂੰ ਉਹ ਤੋਂ ਕਈ ਗੁਣਾ ਜ਼ਿਆਦਾ ਮਿਲਦਾ। ਜਦੋਂ ਪੇਸ਼ੈਂਟ ਸਾਡੇ ਤੋਂ ਸੈਟੀਸਫਾਈ, ਜਿਹੜਾ ਕਰੋਨਾ 'ਚ ਕੰਮ ਕਰਦਿਆਂ ਕੱਲਾ ਸਾਨੂੰ ਪੁਲਿਸ ਦਾ ਨਹੀਂ ਕੰਮ ਦਿੱਤਾ ਗਿਆ, ਸਾਨੂੰ ਇਸ ਏਰੀਆ ਵੀ ਕੁਝ ਜੋੜਿਆ ਗਿਆ। ਸਿੱਖ ਲਾਈਨ ਕਲੋਨੀ, PWD, ਜ਼ਿਲ੍ਹਾ ਪਰਿਸ਼ਦ,
ਸੈਕਟਰੀ 8 ਰਵਿਦਾਸ ਨਗਰ, ਪ੍ਰੀਤ ਨਗਰ, ਗੌਤਮ ਨਗਰ, ਸਾਰਾ ਬਸੰਤ ਵਿਹਾਰ, ਇਹ ਸਾਰੇ ਏਰੀਏ ਸਾਨੂੰ ਦਿੱਤੇ ਗਏ। ਜਿਹਦੇ ਏਰੀਏ ਦੇ ਸਾਰਿਆਂ ਦੀ ਕੋਈ ਡੈਡ ਬੋਡੀ ਆਉਂਦੀ ਸੀ ਉਹਨੂੰ ਆਥੋਰਾਈਜੇਸ਼ਨ ਦੇਣੀ, ਉਹਨੂੰ ਫੋਲੋ ਕਰਨਾ, ਪੋਜ਼ਿਟਿਵ ਨਿਕਲਦਾ ਉਹਨੂੰ ਫੋਲੋ ਅਪ ਕਰਨਾ, ਇਹ ਵੀ ਸਾਰਾ ਉਸ ਏਰੀਏ ਦਾ ਵੀ ਬੜਾ ਧਿਆਨ ਰੱਖਣਾ ਸੀ। ਔਰ ਜਦੋਂ ਪੋਜ਼ਿਟਿਵ ਕੇਸ ਆ ਜਾਂਦਾ ਸੀ, ਮੈਨੂੰ ਯਕੀਨ ਮੰਨਿਓ ਵੀ ਸਾਨੂੰ ਰੋਟੀ ਖਾਣ ਦਾ ਸਮਾਂ ਨਹੀਂ ਮਿਲਦਾ, ਫੋਨ ਹੀ ਇੰਨੇ ਅਟੈਂਡ ਕਰਨੇ ਸੀ ਪੈਂਦੇ, ਕਿਉਂਕਿ ਅਸੀਂ ਲੋਕਾਂ ਨੂੰ ਕਹਿੰਦੇ ਸੀ ਯਾਰ ਫੋਨ ਤੇ ਸਾਨੂੰ ਪੁੱਛ ਲਿਆ ਕਰੋ, ਬਾਹਰ ਮੂਵਮੈਂਟ ਘਟਾਓ, ਆ ਕੇ ਬਾਹਰ ਆਉਂਗੇ ਦਿਖਾਉਣ ਚੈੱਕ ਕਰਾਉਣ ਆਉਂਗੇ ਤਾਂ ਹੋਰ ਬੰਦਿਆਂ ਨੂੰ ਵੀ ਪੋਜ਼ਿਟਿਵ ਹੋਣ ਦੇ ਚਾਂਸਸ ਹੈ। ਇਸ ਕਰਕੇ ਸਾਡਾ ਮੋਬਾਈਲ ਬਿਜ਼ੀ ਹੋ ਗਿਆ ਬਹੁਤ ਜ਼ਿਆਦਾ। ਅਸੀਂ ਮੋਬਾਈਲ ਤੇ ਲੋਕਾਂ ਨੂੰ ਟ੍ਰੀਟ ਕਰਦੇ ਰਹੇ, ਮੋਬਾਈਲ ਤੇ ਸਾਰਾ ਗਾਈਡ ਕਰਦੇ ਰਹੇ, ਨਾਟ ਓਨਲੀ ਪੁਲਿਸ ਮੁਲਾਜ਼ਮ, ਬਾਕੀ ਵੀ ਜਿਹੜੇ ਸੋਸਾਇਟੀ ਸੀ। ਔਰ ਜਿਹੜੇ ਫੋਰਨ ਤੋਂ ਕੋਈ ਵਿਜ਼ਟਰ ਆਉਂਦੇ ਸੀ, ਫੋਰਨ ਦੇ ਬੰਦੇ, ਉਹਨਾਂ ਦਾ ਵੀ ਬੜਾ ਉਸ ਪੀਰੀਅਡ 'ਚ ਜਾ ਕੇ ਕਈ ਇਦਾਂ ਦੇ ਵੀ ਲੱਗਣੇ ਵੀ ਹੋਟਲ ਤੇ ਫਾਈਨ ਡਾਈਨਿੰਗ 'ਚ ਉੱਪਰਲੇ ਫਲੋਰ ਤੇ ਆ ਜੀ, ਉਹਨਾਂ ਨੂੰ ਡਿਸਕ ਪ੍ਰੋਬਲਮ ਆ ਫਲਾਣਾ, ਉਹ ਨਹੀਂ ਆ ਸਕਦੇ, ਅਸੀਂ ਉੱਥੇ ਜਾ ਕੇ ਵੀ ਸੈਂਪਲ ਲੈ ਲੈਂਦੇ ਸੀ। ਬਹੁਤ ਸਾਰੇ ਪਰਸਨ ਸੀ। ਸਾਨੂੰ ਮਕਸਦ ਇੱਕ ਸੀਗਾ ਵੀ ਪੇਸ਼ੈਂਟ ਨੂੰ ਇਨਕਨਵੀਨੀਅੰਸ ਨਾ ਹੋਵੇ, ਟ੍ਰੀਟਮੈਂਟ ਪਾਰਟ ਵੀ ਚੱਲਦਾ ਰਹੇ ਤੇ ਜਿਹੜਾ ਟੈਸਟਿੰਗ ਪਾਰਟ ਵੀ ਚੱਲਦਾ ਰਹੇ, ਨਾਲ ਦੇ ਨਾਲ ਜਿਹੜਾ ਲੋਕਾਂ ਨੂੰ ਹੌਸਲਾ ਰਹੇ, ਲੋਕਾਂ ਦੇ ਵਿੱਚ ਇੱਕ ਮਨੋਬਲ ਲੋਕਾਂ ਦਾ ਨਾ ਗਿਰੇ ਨੀਚੇ। ਸੋ ਇਹ ਸਾਡਾ ਕਰੋਨਾ ਦੇ ਅੱਜ ਅਸੀਂ ਬਹੁਤ ਖੁਸ਼ ਹਾਂ, ਐਂਬੂਲੈਂਸ ਵੀ ਹੈ। ਸੋ ਡਾਕਟਰ ਸਾਹਿਬ, ਅਸੀਂ ਦੇਖਿਆ ਤੁਸੀਂ ਗੱਲ 2014 ਦੇ ਵਿੱਚ ਇੱਥੇ ਪੁਲਿਸ ਲਾਈਨ ਦੇ ਵਿੱਚ ਪੁਲਿਸ ਹਸਪੀਟਲ ਨੂੰ ਜੁਆਇਨ ਕੀਤਾ ਤੇ ਐਜ ਏ ਸੀਨੀਅਰ ਆਫਿਸਰ ਐਸਐਮਓ ਜਿਹੜੀ ਇੱਥੇ ਇਹਨਾਂ ਦੀ ਮਦਦ ਜਾਂ ਇੰਚਾਰਜ ਵਜੋਂ, ਤੇ ਉਹ ਤੋਂ ਲੈ ਕੇ ਉਸ ਸਮੇਂ ਜਿਹੜਾ ਡੇਂਗੂ ਦਾ ਹੋਇਆ, ਡੇਂਗੂ ਦੇ ਦੌਰਾਨ ਤੁਹਾਡਾ ਕਾਫੀ ਤਜਰਬਾ ਰਿਹਾ ਤੇ ਕਾਫੀ ਲੋਕਾਂ ਨੂੰ ਤੁਸੀਂ ਟ੍ਰੀਟ ਕੀਤਾ, ਠੀਕ ਵੀ ਹੋਏ, ਉਹਦੇ ਵਿੱਚ ਤੁਹਾਡਾ ਮਨੋਬਲ ਵੀ ਵਧਿਆ ਤੇ ਨਾਲ ਦੀ ਨਾਲ ਲੋਕਾਂ ਨੇ ਦੇਖਿਆ ਕਿ ਡਾਕਟਰ ਸਾਹਿਬ ਨੇ ਆ ਕੇ ਤੁਸੀਂ ਬਿਲਡਿੰਗ ਨੂੰ ਵੀ ਦੁਬਾਰਾ ਰੀਕਨਸਟਰਕਸ਼ਨ ਕੀਤਾ। ਬਹੁਤ ਸਿਟੀਜ਼ ਤੁਹਾਨੂੰ ਜਿਹੜੀਆਂ ਤੁਹਾਡੇ ਕੰਮਕਾਰ ਤੋਂ ਪ੍ਰਭਾਵਿਤ ਹੋ ਕੇ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਨਾਲ ਦੱਸਿਆ। ਪਰ ਇਹ ਜਦੋਂ ਕਰੋਨਾ ਦੀ ਗੱਲ, ਮਾਰਚ ਦੇ ਵਿੱਚ ਕਰੋਨਾ ਆਇਆ, ਕਰੋਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬੜਾ ਭੈ ਸੀਗਾ ਤੇ ਲੋਕ ਬਹੁਤ ਡਰਦੇ ਸੀ। ਤੁਸੀਂ ਉਹਨੂੰ ਵੀ ਤਫਸੀਲ ਨਾਲ ਕਰਨ ਦੀ ਕੋਸ਼ਿਸ਼ ਕੀਤੀ ਵੀ ਕਰੋਨਾ ਨੂੰ ਕਿਸ ਤਰ੍ਹਾਂ ਤੁਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਕਿਸ ਤਰ੍ਹਾਂ ਪ੍ਰੀਕਾਸ਼ਨ ਜਿਹੜਾ ਲੋਕਾਂ ਦੇ ਵਿੱਚ ਪਹੁੰਚ ਕੀਤੀ ਤੇ ਲੋਕਾਂ ਨੂੰ ਪੂਰੇ ਜ਼ਿਲ੍ਹੇ ਦੇ ਨਾਲ ਨਾਲ ਸਾਰੇ ਜਿਹੜਾ ਆਲੇ ਸਰਾਊਂਡਿੰਗ ਵਿੱਚ ਵੀ ਤੁਸੀਂ ਗਏ। ਪਰ ਇਸ ਵੇਲੇ ਜਿਹੜਾ ਆ ਕਰੋਨਾ, ਜਿਹੜਾ ਬੇਸ਼ੱਕ ਤੁਸੀਂ ਦੱਸਿਆ ਵੀ ਲੋਕ ਜਿਹੜਾ ਥੋੜਾ ਡਰ ਸੀਗਾ, ਡਰ ਤੋਂ ਘਟ ਗਏ ਆ, ਹੁਣ ਇਸ ਵੇਲੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਕਰੋਨਾ ਦੀ ਕੀ ਸਥਿਤੀ ਆ? ਸਭ ਤੋਂ ਪਹਿਲਾਂ ਤਾਂ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਰੋਨਾ ਹੈ ਚੀਜ਼ ਕੀ? ਬੇਸਿਕਲੀ ਜਿਹੜਾ ਕਰੋਨਾ ਆ ਇਹ ਤਾਂ ਇੱਕ ਵਾਇਰਸ ਹੈ, ਜਿਹਦਾ ਇਹ ਵਾਇਰਸ ਜਿਹੜਾ ਆ ਕਿੱਥੋਂ ਤੁਰਿਆ ਤੁਹਾਨੂੰ ਪਤਾ ਹੈ। ਚਾਈਨਾ ਦੇ ਵਿੱਚ ਵੂਹਾਨ ਸ਼ਹਿਰ ਦੇ ਵਿੱਚੋਂ ਇਹ ਸਪਰੈਡ ਨਿਕਲਿਆ, ਲੈਬ ਚੋਂ ਨਿਕਲਿਆ, ਉੱਥੋਂ ਹੀ ਕੇਸਿਸ ਨਿਕਲਣੇ ਸ਼ੁਰੂ ਹੋਏ। ਕੁਝ ਸਮਝਿਆ ਜਾਂਦਾ ਵੀ ਸ਼ਾਇਦ ਬੈਟਸ ਤੋਂ ਇਹ ਵਾਇਰਸ ਹਿਊਮਨਸ ਵਿੱਚ ਆਇਆ। ਸੋ ਪਰ ਇਹ ਵਾਇਰਸ ਦੀ ਜਿਹੜੀ ਆ ਇਹ ਸਪਰੈਡ ਹੌਲੀ, ਕਿਉਂਕਿ ਜਿੱਦਾਂ ਜਿੱਦਾਂ ਅੱਜ ਮੂਵਮੈਂਟ ਵੱਧ ਰਹੀ ਹੈ ਜਹਾਜ਼ਾਂ 'ਚ, ਲੋਕਾਂ ਦੀ ਦੌੜ, ਜਿੱਦਾਂ ਉਹ ਸਾਧਨ ਜਿਹੜੇ ਆ ਤੇਜ਼ੀ ਨਾਲ, ਲੋਕਾਂ ਦਾ ਕੰਟੈਕਸ ਵੀ ਤੇਜ਼ੀ ਨਾਲ, ਇੱਕ ਬੰਦਾ ਅੱਜ ਅਮਰੀਕਾ ਬੈਠਾ ਹੈ, ਉਹ ਚੱਕ ਕੇ ਚੱਲ ਦੂਜੇ ਦਿਨ ਇੱਥੇ ਇੰਡੀਆ ਆ ਜਾਂਦਾ। ਸਾਧਨ ਵਧਣ ਦੇ ਨਾਲ ਨਾਲ ਸਾਡੀ ਮੂਵਮੈਂਟ ਵੀ ਤੇਜ਼ ਹੋ ਗਈ, ਸਪੀਡੀ ਹੋ ਗਿਆ ਸਭ ਕੁਝ, ਤੇ ਵਾਇਰਸ ਵੀ ਤਾਂ ਸਪੀਡ ਕੈਰੀਅਰ ਆਪਾਂ ਬਣ ਗਏ, ਕੈਰੀ ਕਰਕੇ ਵੀ ਤਾਂ ਉਨੀ ਜਲਦੀ ਸਪੀਡ ਨਾਲ ਲਿਜਾ ਰਹੇ। ਸਪਰੈਡ ਹੋਣ ਦਾ ਰਿਸਕ ਦਾ ਵੀ ਉਨੀ ਜਲਦੀ ਚਾਂਸਸ ਆ, ਜਿਹੜੀ ਵਿਕਾਸ ਦੇ ਨਾਲ ਨਾਲ ਵਾਇਰਸ ਵੀ ਤਾਂ ਜਿਹੜਾ ਤੇਜ਼ੀ ਨਾਲ ਚੱਲਣ ਦਾ ਵਿਕਾਸ ਹੋ ਗਿਆ, ਫਿਰ ਉਹ ਵੀ ਤੇਜ਼ੀ ਨਾਲ ਚੱਲਣ ਲੱਗ ਪਿਆ। ਕਰੋਨਾ 'ਚ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜੀ, ਆਪਾਂ ਇਦਾਂ ਨਾ ਮੰਨ ਕੇ ਚੱਲੀਏ ਵੀ ਅਸੀਂ ਕੋਈ ਇਸ ਦੌਰ 'ਚ ਆ ਗਏ ਆ ਵੀ ਸ਼ਾਇਦ ਕਰੋਨਾ ਫ੍ਰੀ ਹੋ ਗਏ ਆ। ਵੈਕਸੀਨ ਜਦ ਤੱਕ ਨਹੀਂ ਆਉਂਦੀ ਉਦੋਂ ਤਾਈਂ ਕਰੋਨਾ ਦਾ, ਉਦੋਂ ਤਾਈਂ ਲੋਕਾਂ ਨੂੰ ਨਿਡਰ ਹੋਣਾ ਨਹੀਂ ਚਾਹੀਦਾ। ਲੋਕਾਂ ਨੂੰ ਡਰ, ਜੋ ਪ੍ਰੀਕਾਸ਼ਨਸ ਜਿਹੜੀਆਂ ਉਹ ਵਰਤਣੀਆਂ ਚਾਹੀਦੀਆਂ। ਚਾਹੇ ਪਿਛਲੇ ਸਮੇਂ ਦੌਰਾਨ ਇਹ ਵੈਕਸੀਨ ਦੀ ਗੱਲ ਕੀਤੀ, ਅਸੀਂ ਤੁਹਾਡੇ ਵਿਚਾਰਾਂ ਦੇ ਆਦਾਨ ਪ੍ਰਦਾਨ ਦੀ ਗੱਲ ਕੀਤੀ ਸੀ ਕਿਉਂਕਿ ਵੀ ਵੈਕਸੀਨ ਦੀ ਗੱਲ ਵਾਇਰਲ ਹੋਈ ਸੀ, ਵੈਕਸੀਨ ਆ ਗਈ 2-3 ਵਾਰੀ, ਫਿਰ ਉਸੇ ਗੱਲ ਨੂੰ ਕੰਡੈਮ ਕੀਤਾ ਵੀ ਇਹ ਨਹੀਂ, ਇਹ ਫੇਕ ਹੈ, ਤੇ ਹੁਣ ਫਿਰ ਪਿਛਲੇ 2 ਦਿਨ ਤੋਂ ਹੋ ਰਹੀ ਹੈ। ਤੁਸੀਂ ਮਾਹਿਰ ਹੋ ਤੇ ਉਹ ਜਿਹੜੀ ਵੈਕਸੀਨ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਦੇਖੋ, ਗੱਲ ਇਹ ਆ ਵੀ ਜਿਹੜਾ ਕਰੋਨਾ ਦੇ ਬਾਰੇ 'ਚ ਅਸੀਂ ਬਹੁਤ ਇੱਕ ਲੋਕਾਂ ਨੂੰ ਕਹਿੰਦਾ ਸੀ ਵੀ ਇੱਕ ਤਾਂ ਇਹਦੀਆਂ ਰਿਊਮਰਸ ਤੋਂ ਬਚਿਆ ਜਾਵੇ, ਬੇਲੋੜੀਆਂ। ਇੱਕ ਜਿਹੜੀ ਇਨਫੋਰਮੇਸ਼ਨ ਜਿਹੜੀਆਂ ਲੋਕੀ ਉਦਾਂ ਹੀ ਸਾਂਝੀ ਕਰੀ ਜਾਂਦੇ ਇੱਕ ਦੂਜੇ ਨਾਲ, ਉਹ ਤੋਂ ਵੀ ਬਚੋ, ਗੁਰੇਜ਼ ਕਰੋ। ਐਵੇਂ ਸ਼ੇਅਰ ਕਰੀ ਜਾਂਦੇ ਇੱਕ ਦੂਜੇ ਨਾਲ। ਵੈਕਸੀਨ ਦੇ ਇੱਕ ਵਾਰੀ ਨਹੀਂ ਤਾਂ ਬਹੁਤ ਵਾਰੀ ਬਹੁਤ ਸਾਰੇ ਕੰਟਰੀਜ਼ ਨੇ ਕਲੇਮ ਕਰ ਦਿੱਤਾ, ਪਰ ਇਹ ਜਿੰਨਾ ਚਿਰ WHO ਜਿਹੜੀ ਵਿਸ਼ਵ ਸਿਹਤ ਸੰਗਠਨ ਨਹੀਂ ਨਾ ਉਹਨੂੰ ਰਿਕਮੈਂਡੇਸ਼ਨ ਮਾਨਤਾ ਦਿੰਦਾ, ਅਪਰੂਵ ਨਹੀਂ ਕਰਦਾ, ਉਹਨਾਂ ਚਿਰ ਵੈਕਸੀਨ ਕੋਈ ਪੋਟੈਂਟ ਨਹੀਂ ਮੰਨੀ ਜਾਣੀ। ਔਰ ਜਦੋਂ ਉਹਨੇ ਰਿਕਮੈਂਡੇਸ਼ਨ ਦੇ ਉਹਦੀਆਂ ਆ ਗਈਆਂ, WHO ਨੇ ਉਹਨੂੰ ਐਕਸੈਪਟ ਕਰ ਲਿਆ, ਉਦੋਂ ਸਾਰੇ ਦੇਸ਼ਾਂ 'ਚ ਵੈਕਸੀਨ ਚਲੀ ਜਾਣੀ ਆ। ਉਦੋਂ ਅਸੀਂ ਮੰਨਾਂਗੇ ਵੀ ਵੈਕਸੀਨੇਸ਼ਨ ਜਿਹੜੀ ਆ ਉਹ ਠੀਕ ਹੈ, ਹੁਣ ਪੋਟੈਂਟ ਵੈਕਸੀਨ ਆ, ਔਰ ਇਹ ਜਾਇਜ਼ ਗੱਲ ਮੰਨਣਯੋਗ ਆ। ਅਦਰਵਾਈਜ਼ ਸਾਰੀਆਂ ਗੱਲਾਂ ਜਿਹੜੀਆਂ ਉਹ ਅਫਵਾਹਾਂ ਆ, ਉਹ ਗੱਲਾਂ ਦੀ ਆਥੈਂਟਿਸਿਟੀ ਜਿੰਨਾ ਚਿਰ WHO ਨਹੀਂ ਉਹਨੂੰ ਮੋਹਰ ਲਾਉਂਦਾ ਉਹਨਾਂ ਚਿਰ ਕੋਈ ਮੰਨਣਯੋਗ ਨਹੀਂ।
ਡਾਕਟਰ ਸਾਹਿਬ ਇਸ ਵੇਲੇ ਜਿਹੜਾ ਮੌਜੂਦਾ ਹਾਲਾਤ ਦੇ ਦੌਰਾਨ ਕਰੋਨਾ ਦੀ ਕਿਆ ਸਥਿਤੀ ਹੈ ਜੀ ਆਪਣੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ? ਡਿਸਟ੍ਰਿਕਟ ਹੁਸ਼ਿਆਰਪੁਰ ਚ ਅੱਜ ਵੀ ਜਿਹੜੇ ਕਰੋਨਾ ਦੇ ਨਾ ਪੇਸ਼ੈਂਟਸ ਹੈ ਉਹ ਟੈਸਟਿੰਗ ਜਿਹੜੀ ਆ ਭਾਵੇਂ ਥੋੜੀ ਘਟੀ ਹੈ ਤੇ ਅਦਰ ਜਿੱਦਾਂ ਪੀਰੀਅਡ ਪਹਿਲਾਂ ਸੀਗਾ ਸੈਂਟਰ ਬਣੇ ਸੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਰਵਾਨੰਦ ਸੈਂਟਰ ਹੈ ਰੀਜਨਲ ਸੈਂਟਰ ਹੈ ਇੱਕ ਜਿਹੜਾ ਰਿਆਤਬਾਰਾ ਕਾਲਜ ਸੀਗਾ ਉੱਥੇ ਅਸੀਂ ਆਈਸੋਲੇਟ ਕਰਦੇ ਸੀ ਮਰੀਜ਼ਾਂ ਨੂੰ ਜਾਂ ਕੁਆਰੰਟਾਈਨ ਕਰਦੇ ਸੀ ਤੇ ਉਹ ਅੱਜ ਉਹ ਸੈਂਟਰ ਬਿਲਕੁਲ ਬੰਦ ਹੈ ਹੋਮ ਕੁਆਰੰਟਾਈਨ ਚੱਲ ਰਿਹਾ ਪਰ ਦੱਸਣਯੋਗ ਗੱਲ ਇਹ ਹੈ ਕਿ ਪੇਸ਼ੈਂਟ ਅੱਜ ਵੀ ਬਹੁਤ ਗਿਣਤੀ ਤੁਸੀਂ ਸਰ ਸੋਚੋ ਵੀ ਕਦੀ ਇੱਕ ਪਟਲਾਵੇ ਦੇ ਇੱਕ ਬਾਬਾ ਜੀ ਦਾ ਜਿਹੜਾ ਕੇਸ ਆਇਆ ਬਲਦੇਵ ਸਿੰਘ ਗੁਰਾ ਹਾਂ ਜੀ ਬਲਦੇਵ ਉਹ ਇੰਨਾ ਜ਼ਿਆਦਾ ਉਹ ਦਿਨ ਆ ਤੇ ਅੱਜ ਤੱਕ ਕਿੰਨੇ ਹੀ ਪੋਜ਼ਿਟਿਵ ਕੇਸ ਨਿਕਲ ਰਹੇ ਆ ਡੇਲੀ ਦੇ ਜੀ ਸੋ ਰੈਪਿਡ ਟੈਸਟ ਕਰਦੇ ਹੋ ਪੋਜ਼ਿਟਿਵ ਨਿਕਲਦੇ ਆ ਪੀਸੀਆਰ ਨਿਕਲਦੇ ਟਰੂਨੈਟ ਸਿਵਲ ਚ ਹੁੰਦਾ ਉਹ ਪੋਜ਼ਿਟਿਵ ਨਿਕਲਦੇ ਸਿਚੁਏਸ਼ਨ ਜਿਹੜੀ ਆ ਨਾ ਉਹ ਅੱਗੇ ਨਾਲੋਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਥੱਲੇ ਆ ਗਈ ਆ ਡਿਕਲਾਈਨ ਹੋ ਗਿਆ ਗੱਲ ਇਹ ਕਰੀਏ ਕਿ ਲੋਕਾਂ 'ਚ ਜਿਹੜਾ ਫੀਅਰ ਸੀ ਨਾ ਉਹ ਸੋਸ਼ਲ ਸਟਿਗਮਾ ਲੋਕਾਂ ਨੂੰ ਨਾ ਆਦਤ ਪੈ ਰਹੀ ਨਾਲ ਜੀਣ ਦੀ ਇਹਦੇ ਲੋਕਾਂ ਨੇ ਜਿਹੜਾ ਬਿਨਾਂ ਵਜ੍ਹਾ ਡਰ ਸੀ ਨਾ ਬੇਵਜ੍ਹਾ ਡਰ ਉਹ ਲੋਕਾਂ ਦੇ ਮਨਾਂ 'ਚੋਂ ਚੁੱਕਿਆ ਗਿਆ ਦੇਖੋ ਸਰ ਗੱਲ ਇਹ ਆ ਕੇਸਿਸ ਬਹੁਤ ਹੈ ਪੋਜ਼ਿਟਿਵ ਅੱਜ ਵੀ ਨਿਕਲ ਰਹੇ ਹੁਸ਼ਿਆਰਪੁਰ ਦੇ ਕੀ ਓਵਰਆਲ ਜਿਹੜੀ ਇੰਡੀਆ ਦੀ ਸਥਿਤੀ ਦੇਖੀਏ ਪਰ ਹੁਣ ਸਿਰਫ ਇਹ ਆ ਕਿ ਲੋਕਾਂ ਨੂੰ ਜਿਹੜਾ ਸੀਗਾ ਨਾ ਹੋਮ ਕੁਆਰੰਟਾਈਨ ਹੈ ਇਹਦੇ ਨਾਲ ਲੋਕਾਂ 'ਚ ਡਰ ਸਭ ਤੋਂ ਜਿਹੜਾ ਚੁੱਕਿਆ ਗਿਆ ਪਹਿਲਾਂ ਤਾਂ ਲੋਕ ਇਹੀ ਕਹਿੰਦੇ ਸੀ ਪਰਿਵਾਰ ਦਾ ਬੰਦਾ ਨੂੰ ਬਾਹਰ ਲੈ ਜਾਣਾ ਬਾਹਰ ਲਿਜਾ ਕੇ ਫਿਰ ਰੱਖਣਗੇ ਇਕੱਲੇ ਨੂੰ ਹੁਣ ਹੋਮ ਕੁਆਰੰਟਾਈਨ ਹੁੰਦਾ ਬੰਦਾ ਆਪਣੇ ਆਪ ਧਿਆਨ ਰੱਖੇ ਆਪਣੇ ਪਰਿਵਾਰ ਨੂੰ ਬਚਾਵੇ ਆਪੂ ਅਸੀਂ ਉਹਨਾਂ ਨੂੰ ਅਗਾਹ ਕਰੀਦਾ ਅਸੀਂ ਇਨ ਟੱਚ ਰਹੀਦਾ ਸਰ ਤੇ ਕੇਸਿਸ ਅੱਜ ਵੀ ਬਹੁਤ ਸਰ ਜਿਹੜਾ ਇਕਾਂਤਵਾਸ ਦੀ ਗੱਲ ਕੀਤੀ ਹੈ ਤੁਸੀਂ ਕਿ ਆਪਣੇ ਹੋਮ ਕੁਆਰੰਟਾਈਨ ਦੇ ਜਿਹੜਾ ਆਪਣਾ ਰਹਿੰਦਾ ਪਰਿਵਾਰ ਦਾ ਬੰਦਾ ਕੀ ਉਹਨਾਂ ਨੂੰ ਮੈਡੀਕਲ ਜਿਹੜੇ ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਕੋਈ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਜਾਂ ਆਪਾਂ ਇਹ ਕੀ ਕਹਿ ਸਕਦੇ ਹਾਂ ਜਿਹੜਾ ਲੋਕਾਂ ਨੂੰ ਹਾਲੇ ਅਸੀਂ ਦੱਸਦੇ ਹਾਂ ਕਿ ਜਿਵੇਂ ਤੁਸੀਂ ਦੱਸਿਆ ਕਿ ਕਰੋਨਾ ਹਾਲੇ ਖਤਮ ਨਹੀਂ ਆ ਜਿੰਨਾ ਚਿਰ ਵੈਕਸੀਨ ਨਹੀਂ ਆਉਂਦੀ ਲੋਕਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਆਪਾਂ ਇਹ ਗੱਲ ਕਰੀਏ ਕਿ ਉਹਨਾਂ ਨੂੰ ਹੋਰ ਕੀ ਤੁਸੀਂ ਇੰਸਟਰਕਸ਼ਨਾਂ ਦਿੰਦੇ ਆ ਜਾਂ ਮਤਲਬ ਕਿਹੋ ਜਿਹੀ ਕੀ ਕਹਿਣਾ ਚਾਹੁੰਦੇ ਹੋ ਤੇ ਅਸੀਂ ਲੋਕਾਂ ਨੂੰ ਇਸ ਚੀਜ਼ ਤੋਂ ਵੀ ਬਚ ਸਕੀਏ? ਸਰ ਦੇਖੋ ਜਦੋਂ ਕੋਈ ਪੋਜ਼ਿਟਿਵ ਕੇਸ ਨਿਕਲ ਆਉਂਦਾ ਨੰਬਰ 1 ਤਾਂ ਉਹਨੂੰ ਹੋਮ ਕੁਆਰੰਟਾਈਨ ਕਰੀਦਾ ਅਲੱਗ ਕਰੀਦਾ ਵੀ ਵਾਸ਼ਰੂਮ ਤੇਰਾ ਅੱਡ ਹੋਵੇ ਘਰ ਦੀ ਐਂਟਰੀ ਤੇਰੀ ਅੱਡ ਹੋਵੇ ਰੂਮ ਤੇਰਾ ਅੱਡ ਹੋਵੇ 14 ਦਿਨ ਤੈਨੂੰ ਹੋਮ ਕੁਆਰੰਟਾਈਨ ਕਰਤਾ ਉਹ ਤੋਂ ਇਲਾਵਾ ਜਿਹੜੀ ਉਹਦੀ ਫੈਮਿਲੀ ਮੈਂਬਰਸ ਆ ਕੰਟੈਕਟਸ ਹੈ ਜਿੱਥੇ ਵੀ ਨਾਟ ਫੈਮਿਲੀ ਮੈਂਬਰਸ ਅਗਰ ਉਹ ਕਿਤੇ ਜੌਬ ਕਰਦਾ ਤਾਂ ਉਹਦੇ ਕੰਟੈਕਟਸ ਵੀ ਹੁੰਦੇ ਆ ਕੋਈ ਵਕੀਲ ਹੈ ਕੋਰਟ 'ਚ ਕੋਈ ਹੋਰ ਕਿਤੇ ਵੀ ਹੈ ਤਾਂ ਉਹਦੇ ਜਿਹੜੇ ਉਹ ਕਸਟਮਰ ਆਉਂਦੇ ਜਾਂ ਕੋਈ ਕਲਾਇੰਟ ਆਉਂਦੇ ਉਹਨਾਂ ਨਾਲ ਕੰਟੈਕਟਸ ਹੈ ਉਹਨਾਂ ਨੂੰ ਆਪ ਹੀ ਉਹ ਸਿਆਣੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਮੇਰੇ ਜ਼ਿਆਦਾ ਕਲੋਜ਼ ਕੰਟੈਕਟਸ ਕਿਹੜੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੇ ਵੀ ਟੈਸਟ ਕਰਾਓ ਫਟਾਫਟ ਉਹ ਟੈਸਟਿੰਗ ਉਹਨਾਂ ਦੀ ਹੁੰਦੀ ਹੈ ਫਿਰ ਉਹਨਾਂ 'ਚੋਂ ਜੇ ਪੋਜ਼ਿਟਿਵ ਕੋ ਨਿਕਲ ਆਉਂਦਾ ਤਾਂ ਉਹਨੂੰ ਵੀ ਐਡਵਾਈਸ ਕਰੀਦਾ ਸਰ ਲੋੜਾ ਸਰ ਦੇ ਆਫਿਸ ਤੋਂ ਕੋਈ ਆਇਆ 2 ਮਿੰਟ ਰੁਕ ਜਾਓ ਕੰਟੈਕਟਸ ਹੈ ਉਹਨਾਂ ਨੂੰ ਹੀ ਅਸੀਂ ਟੈਸਟਿੰਗ ਜਿਹੜੀ ਆ ਉਹਨਾਂ ਦੀ ਕਰਵਾਈ ਦੀ ਆ ਜਿਹੜੇ ਹੋਮ ਤੇ ਬੰਦੇ ਫੈਮਿਲੀ ਦੇ ਮੈਂਬਰ ਆ ਉਹਨਾਂ ਨੂੰ ਦੱਸੀਦਾ ਵੀ ਜਿਹੜਾ ਖਾਣਾ ਵਗੈਰਾ ਦੀਆਂ ਪਲੇਟਾਂ ਜਾਂ ਕੋਈ ਵੀ ਜਿਹੜਾ ਉਹ ਤੋਂ ਅੱਡ ਰੱਖੋ ਬਿਸਤਰੇ ਅੱਡ ਰੱਖੋ ਤੇ ਇਹਦਾ ਜਿਹੜਾ ਪਰਿਵਾਰ ਦਾ ਜਿਹੜਾ ਕਿਸੇ ਨਾਲ ਵੀ ਹੋਰ ਤੇ ਜਿੱਦਾਂ ਪਬਲਿਕ ਪਲੇਸ ਤੇ ਜਾਂ ਇਕੱਠੇ ਹੁੰਦੇ ਆ ਤੁਸੀਂ ਘਰ ਨੂੰ ਸੈਨੀਟਾਈਜ਼ ਕਰ ਦਿਓ ਜੇ ਹੈਂਡਲਸ ਹੈ ਨੌਬਸ ਹੈ ਕੋਈ ਕੁੰਡੀਆਂ ਜਾਂ ਕੋਈ ਵੀ ਉਹਨੂੰ ਸੈਨੀਟਾਈਜ਼ਰ ਰੱਖੋ ਤੇ ਜਿਹੜਾ ਮੇਨਲੀ ਪਰਪਸ ਆ ਵੀ ਮਾਸਕ ਪਾ ਕੇ ਮਾਸਕ ਬੜਾ ਜ਼ਰੂਰੀ ਹੈ ਤੇ ਮਾਸਕ ਤੋਂ ਇਗਨੋਰ ਨਾ ਲੋਕੀ ਕਰਨ ਤੇ ਜਿਹੜਾ ਸੈਨੀਟਾਈਜ਼ਰ ਹੈ ਹੈਂਡ ਵਾਸ਼ ਕਰਨੇ ਬਾਰ-ਬਾਰ ਰਿਪੀਟਡਲੀ ਉਹ ਜ਼ਰੂਰੀ ਹੈ ਤੇ ਬਾਕੀ ਜੇ ਕੋਈ ਲੈਵਲ 1 2 3 ਦੇ ਪੇਸ਼ੈਂਟ ਅਸੀਂ ਕੈਟਾਗਰਾਈਜ਼ ਕਰਦੇ ਹਾਂ ਕੋਵਿਡ ਵਿੱਚ ਲੈਵਲ 1 ਚ ਜਿੱਦਾਂ ਕੋਈ ਸਿੰਪਟਮ ਨਹੀਂ ਹੁੰਦੇ 2 ਚ ਜਿੱਦਾਂ ਮਾਈਲਡ ਜੇ ਸਿੰਪਟਮ ਹੈ ਲੈਵਲ 2 3 ਦੇ ਜਿਹੜੇ ਪੇਸ਼ੈਂਟ ਆ ਉਹ ਇੱਥੋਂ ਰੈਫਰ ਹੋ ਜਾਂਦੇ ਆ ਤੇ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਪੀਜੀਆਈ ਜਿੱਦਾਂ ਉੱਥੇ ਉਹਨਾਂ ਦਾ ਇਲਾਜ ਹੁੰਦਾ ਉੱਥੇ ਸੈਂਟਰ ਬਣੇ। ਡਾਕਟਰ ਸਾਹਿਬ ਆਪਾਂ ਆਪਣੀ ਗੁਫ਼ਤਗੂ ਦੇ ਦੌਰਾਨ ਜਦੋਂ ਆਪਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ ਆਪ ਜੀ ਨੂੰ ਮਿਲੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੁਫ਼ਤਗੂ ਹੈ ਇਹਦੇ ਵਿੱਚ ਆਪਾਂ ਇਸ ਸੈਗਮੈਂਟ ਦੇ ਵਿੱਚ ਆਪਾਂ ਤੁਹਾਨੂੰ ਵਧਾਈ ਦਿੰਦੇ ਹਾਂ ਜਿੱਥੇ ਤੁਹਾਨੂੰ ਵੱਖ-ਵੱਖ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਨੇ ਤੁਹਾਡੀ ਇਸ ਕਰੋਨਾ ਦੀਆਂ ਜਿਹੜੀਆਂ ਸੇਵਾਵਾਂ ਨੂੰ ਦੇਖ ਕੇ ਸਨਮਾਨਿਤ ਕੀਤਾ ਤੇ ਪਿਛਲੇ ਦਿਨੀ ਤੁਹਾਨੂੰ ਡੀਜੀਪੀ ਵੱਲੋਂ ਡੀਜੀਪੀ ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ ਆ ਉਹ ਜਿਹੜਾ ਆ ਉਹਦੇ ਨੂੰ ਤੁਸੀਂ ਕਿਵੇਂ ਲੈ ਰਹੇ ਹੋ? ਸਰ ਬੇਸਿਕਲੀ ਤਾਂ ਮੈਨੂੰ ਇਦਾਂ ਲੱਗਦਾ ਵੀ ਕਿਤੇ ਵੀ ਘਰ 'ਚ ਜਾਂ ਕਿਤੇ ਵੀ ਤੁਹਾਡੇ ਕੋਈ ਵਧੀਆ ਕੰਮ ਕਰਦਾ ਨਾ ਮੁਲਾਜ਼ਮ ਜਾਂ ਕੋਈ ਉਹਨੂੰ ਐਪਰੀਸੀਏਸ਼ਨ ਜਿਹੜੀ ਹੈ ਨਾ ਉਹ ਬਹੁਤ ਵੱਡਾ ਕੰਮ ਕਰਦੀ ਹੈ ਉਹਦੇ ਨਾਲ ਉਹਦਾ ਹੌਸਲਾ ਬਹੁਤ ਬੁਲੰਦ ਹੁੰਦਾ ਸਨਮਾਨ ਤਾਂ ਚਲੋ ਅਲੱਗ ਇੰਪੋਰਟੈਂਸ ਹੈ ਸੋਸ਼ਲੀ ਪਰ ਨਿੱਜੀ ਤੌਰ ਤੇ ਮੈਨੂੰ ਮਹਿਸੂਸ ਹੋਇਆ ਕਿ ਉਹ ਚੀਜ਼ਾਂ ਨਾਲ ਬੜਾ ਬੰਦਾ ਬੂਸਟ ਅਪ ਹੁੰਦਾ ਤੋ ਮੈਂ ਜਿਹੜਾ ਉਹ ਸਨਮਾਨ ਮਿਲਿਆ ਉਹ ਬੜਾ ਵਿਸ਼ੇਸ਼ ਸਨਮਾਨ ਹੈ ਡੀਜੀ ਡਿਸਕ ਦਾ ਡੀਜੀਪੀ ਆਨਰ ਜਿਹੜਾ ਆ ਉਹ ਮੈਨੂੰ ਮਿਲਿਆ ਉਹ 'ਚ ਪੀਜੀਆਈ ਦੇ ਡਾਕਟਰਸ ਹੈ ਕੁਛ ਤੇ 6-7 ਡਾਕਟਰ ਪੰਜਾਬ ਦੇ
PGI ਦਾ ਜ਼ਿਆਦਾ ਸਟਾਫ ਨਰਸਾਂ ਤੇ ਡਾਕਟਰ ਆ ਜਿਹੜਾ ਕਰੋਨਾ 'ਚ ਬਹੁਤ ਐਕਸੀਲੈਂਟ ਕੰਮ ਕਰਨ ਕਰਕੇ ਮਿਲਿਆ ਤੇ ਉਹਦੇ ਨਾਲ ਮੈਨੂੰ ਬਹੁਤ ਖੁਸ਼ੀ ਮਿਲੀ ਆ। ਤੇ ਮੈਨੂੰ ਲੱਗਦਾ ਸੀ ਵੀ ਜਾਂਦਿਆਂ ਵੀ ਫਰੋਮ ਦਾ ਡੇ 1 ਜਦੋਂ ਪੁਲਿਸ ਲਾਈਨ 'ਚ ਆਏ ਸੀ ਤੇ ਜਿਹੜਾ 31 ਦਸੰਬਰ ਮੈਂ ਜਦੋਂ ਇੱਥੋਂ ਰਿਲੀਵ ਹੋਣਾ ਆ ਕਿਉਂਕਿ ਮੇਰੇ DHO ਆਰਡਰ ਹੋ ਗਏ ਆ, ਬੜਾ ਕੁਛ ਇਹਦੇ 'ਚ ਚਾਹਿਆ ਸਰ, ਸਭ ਕੁਛ ਹੋਇਆ। ਦੇਖੋ ਇਸੇ ਪੀਰੀਅਡ ਦੌਰਾਨ ਬੜੀ ਇੱਛਾ ਸੀ ਵੀ ਲੋਕਾਂ ਦਾ ਟੀਕਾਕਰਨ ਹੁੰਦਾ ਹੈ, ਬੱਚਿਆਂ ਦਾ, ਮਾਵਾਂ ਪ੍ਰੈਗਨੈਂਟ ਮਦਰਸ ਹੈ, ਉਹ ਕਿਤੇ ਜਾ ਕੇ ਕਰਾਉਂਦੇ ਸੀ। ਤੇ ਇੰਨਾ ਸਾਡਾ ਏਰੀਆ ਸਰ ਉਹ ਵੀ ਸਾਡੀ ਜਿਹੜੀ ਦਿਲੋਂ ਕੋਸ਼ਿਸ਼ ਸੀਗੀ ਨਾ, ਰੱਬ ਨੇ ਉਹਨੂੰ ਵੀ ਭਾਗ ਲਾਏ ਤੇ ਸਬ ਸੈਂਟਰ ਅਸੀਂ ਜਿਹੜਾ ਛੋਟਾ ਕੇਂਦਰ ਹੁੰਦਾ ANM ਜਿੱਥੇ ਟੀਕਾਕਰਨ ਆ ਉਹ ਵੀ ਅਸੀਂ ਇੱਥੇ ਲੈਣ ਦਾ, ਤੇ ਉਹ ANM ਸਾਡੇ ਕੋਲ ਆ। ਕੁਆਟਰ ਇੱਕ ਉਹਨਾਂ ਨੂੰ ਇਸ਼ੂ ਕਰਾਤਾ ਸਾਹਿਬ ਤੋਂ, SSP ਸਾਹਿਬ ਤੋਂ, ਮਾਹਲ ਸਾਹਿਬ ਨੇ ਉਹਨਾਂ ਨੂੰ ਕੁਆਟਰ ਵੀ ਦੇ ਦਿੱਤਾ ਤੇ ਬਹੁਤ ਸਹਿਯੋਗ ਰਿਹਾ ਜੀ DGP ਸਾਹਿਬ ਦਾ। ਹੁਣ ਸਰਦਾਰ ਨਵਜੋਤ ਸਿੰਘ ਮਾਹਲ ਜਾਂ 7 ਸਾਲ ਦੇ ਪੀਰੀਅਡ ਚ ਜਿਹੜੇ ਵੀ SSP ਆਏ ਆ 7-8 ਸਾਰਿਆਂ ਦਾ ਬਹੁਤ ਸਪੋਰਟਿਵ ਰਹੇ ਆ ਸਾਡੇ ਨਾਲ। ਤਾਂ ਉਹਦਾ ਸਿੱਟਾ ਹੀ ਆ ਵੀ ਅੱਜ ਅਸੀਂ ਇੱਥੇ ਸਾਰਾ ਕੁਝ ਇਨਫਰਾਸਟ੍ਰਕਚਰ ਵੀ ਵਧੀਆ, ਸਬ ਸੈਂਟਰ ਵੀ ਆ ਗਿਆ, ਐਂਬੂਲੈਂਸ ਆ ਗਈ ਸਾਰਾ। ਤੇ ਪਰ ਇਹ ਜਿਹੜਾ DG ਡੈਸਕ ਹੈ ਨਾ, ਇਹ ਵੀ ਮੈਨੂੰ ਜਾਂਦੇ ਇੱਕ ਬਹੁਤ ਵੱਡਾ ਮਾਣ ਮਹਿਸੂਸ ਹੋਇਆ ਔਰ ਫਖਰ ਮਹਿਸੂਸ ਹੋਇਆ। ਮੈਂ ਥੈਂਕਫੁਲ ਹਾਂ ਪੁਲਿਸ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਸਾਡੇ ਕੰਮ ਦੀ ਇਸ ਰੂਪ 'ਚ ਵੀ ਕਦਰ ਪਾਈ ਹੈ ਜੀ, ਇਸ ਰੂਪ 'ਚ ਵੀ ਸਨਮਾਨਿਤ ਕੀਤਾ। ਬਹੁਤ ਵਧੀਆ ਡਾਕਟਰ ਸਾਹਿਬ, ਮੇਰਾ ਇਹ ਸਵਾਲ ਸੀਗਾ ਜਿਹਦਾ ਜਵਾਬ ਤੁਸੀਂ ਬਿਲਕੁਲ ਬਾਖੂਬੀ ਦਿੱਤਾ, ਕਿਉਂਕਿ ਮੇਰਾ ਸਵਾਲ ਇਹੀ ਸੀ ਵੀ 2014 ਤੋਂ ਲੈ ਕੇ ਹੁਣ ਤੱਕ ਜਿਹੜਾ ਤੁਹਾਡੀਆਂ ਸੇਵਾਵਾਂ ਕਿਸ ਤਰ੍ਹਾਂ ਰਹੀਆਂ, ਪਰ ਤੁਸੀਂ ਉਹਨਾਂ ਨੂੰ ਬਹੁਤ ਵਧੀਆ ਐਕਸਪਲੇਨ ਕੀਤਾ ਤੇ ਦੱਸਿਆ ਵੀ 14 ਤੋਂ ਲੈ ਕੇ 2020 ਤੱਕ ਕਿਸ ਤਰ੍ਹਾਂ ਤੁਸੀਂ ਇੱਥੇ ਕੰਮ ਕੀਤਾ ਤੇ ਕਿਸ ਤਰ੍ਹਾਂ ਤੁਹਾਨੂੰ ਇੱਥੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਤੇ ਹਸਪੀਟਲ ਨੂੰ ਵਧਾਉਣ ਲਈ, ਹਸਪੀਟਲ ਦੀ ਵਧੀਆ ਦੇਖ ਬਣਾਉਣ ਲਈ ਤੁਸੀਂ ਕਿੰਨੀ ਮਿਹਨਤ ਕੀਤੀ ਆ। ਤੇ ਹੁਣੇ ਤੁਸੀਂ ਦੱਸਿਆ ਸਾਨੂੰ ਕਿ ਤੁਹਾਨੂੰ ਸਰਕਾਰ ਵੱਲੋਂ, ਡਿਪਾਰਟਮੈਂਟ ਵੱਲੋਂ ਬਤੌਰ DHO ਪ੍ਰਮੋਟ ਕੀਤਾ ਗਿਆ, ਜਿਹੜਾ ਤੁਸੀਂ 31 ਤੋਂ ਬਾਅਦ ਇੱਥੇ ਚਾਰਜ ਲਵੋਗੇ। ਤੇ ਤੁਹਾਡਾ ਜਿਵੇਂ ਤੁਸੀਂ ਇੱਥੇ 6 ਸਾਲ ਦੇ ਵਿੱਚ ਆਪਣੇ ਜੌਬ ਦੇ ਦੌਰਾਨ ਜਾਏ ਤੋਂ ਪਹਿਲਾਂ ਤੁਸੀਂ ਬੜੀਆਂ ਐਫਰਟਸ ਕੀਤੀਆਂ, ਤੁਹਾਡਾ ਆਉਣ ਵਾਲੇ ਜਿਹੜਾ ਆਫਟਰ DHO ਦਾ ਚਾਰਜ ਲੈਣ ਤੋਂ ਬਾਅਦ ਕੀ ਪਲੈਨਿੰਗ ਹੋਊਗੀ? ਤੇ ਜੇ ਅਸੀਂ ਕੋਈ ਗੱਲ ਵਿਸਰ ਜਾਂਦੇ ਹਾਂ ਜਾਂ ਸਾਨੂੰ ਲੱਗਦਾ ਵੀ 14 ਤੋਂ ਲੈ ਕੇ ਇੱਥੇ ਤੱਕ ਤੁਹਾਡੀ ਕੋਈ ਅਪਰਚੂਨਿਟੀ ਹੈ ਜਿਹੜੀ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਣ ਤੋਂ ਰਹਿ ਗਏ ਜਾਂ ਪੁੱਛਣ ਤੋਂ ਆਪ ਰਹਿ ਗਏ, ਉਹ ਵੀ ਦੱਸੋ। ਤੇ ਤੁਹਾਡੀ ਆਫਟਰ DHO ਜਿਹੜਾ ਚਾਰਜ ਲੈਣ ਤੋਂ ਬਾਅਦ ਤੁਹਾਡੀ ਕੀ ਪਲੈਨਿੰਗ ਹੋਊਗੀ, ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ। ਦੇਖੋ ਸਰ, ਡਾਕਟਰਾਂ ਦੀ ਪ੍ਰਮੋਸ਼ਨ ਨਾ ਬਹੁਤ ਲੰਬੇ ਅਰਸੇ ਬਾਅਦ ਹੁੰਦੀ ਹੈ। ਪਹਿਲੀ ਪ੍ਰਮੋਸ਼ਨ ਇਹ ਐਜ ਸੱਚ ਜਿਹੜੀ ਓਰੀਜਨਲ ਅਸਲ 'ਚ ਹੋਈ ਹੈ, ਇਹ ਹੁਣ ਹੋਈ ਹੈ। 25 ਸਾਲ ਦੀ ਨੌਕਰੀ ਕੰਪਲੀਟ ਹੋ ਗਈ ਹੈ, 7 ਸਾਲ ਦੇ ਲਗਭਗ ਨੌਕਰੀ ਰਹਿੰਦੀ ਹੈ। ਪਹਿਲੀ ਪ੍ਰਮੋਸ਼ਨ ਬਤੌਰ DHO ਹੁਸ਼ਿਆਰਪੁਰ, ਬੜੀ ਸੈਂਸਿਟਿਵ ਪੋਸਟ ਹੈ, ਬੜੀ ਇੰਪੋਰਟੈਂਟ ਪੋਸਟ ਹੈ। ਲੈਣ ਪਿੱਛੇ ਮਕਸਦ ਕੋਈ ਹੋਰ ਨਹੀਂ ਹੈਗਾ, ਮੈਂ ਜਿਨ੍ਹਾਂ ਦਾ ਜ਼ਿਕਰ ਵੀ ਨਹੀਂ ਇੱਥੇ ਕਰਨਾ। ਕਿਸੇ ਦਾ ਕੋਈ ਇੰਟਰਸਟ ਹੋ ਸਕਦਾ, ਕਿਸੇ ਦੀ ਕੋਈ ਦਿਲਚਸਪੀ ਹੋ ਸਕਦੀ। ਮੇਰਾ ਇੰਟਰਸਟ ਸਿਰਫ ਸਿੰਗਲ ਹੈ ਜੀ, ਕਿਉਂਕਿ ਮੈਂ ਬੜਾ ਲੰਬਾ ਅਰਸਾ ਫੂਡ ਸੈਂਪਲਿੰਗ ਵੀ ਕੀਤੀ ਹੈ, ਬਹੁਤ ਓਨੈਸਟਲੀ ਕੀਤੀ ਹੈ, ਬੜੀ ਦਿਲੋਂ ਜਿੱਦਾਂ ਕੋਈ ਇਮਾਨਦਾਰੀ ਨਾਲ ਡਿਊਟੀ ਕੀਤੀ ਜੀ। ਉਸ ਪੀਰੀਅਡ ਦੌਰਾਨ ਨਾ ਮੈਨੂੰ ਲੱਗਦਾ ਹੁੰਦਾ ਸੀ ਕਿ ਐਜ਼ ਅ ਫੂਡ ਇੰਸਪੈਕਟਰ, ਨੋਟੀਫਾਈਡ ਫੂਡ ਇੰਸਪੈਕਟਰ ਵੀ ਕਈ ਦਿੱਕਤਾਂ ਹੁੰਦੀਆਂ ਕੰਮ ਕਰਨ 'ਚ, ਵੀ ਇਹ ਹੱਥ ਕਈ ਜਗ੍ਹਾ ਇੰਨੇ ਖੁੱਲੇ ਨਹੀਂ ਹੁੰਦੇ ਕੰਮ ਕਰਨ ਦੇ। ਲੱਗਦਾ ਹੁੰਦਾ ਸੀ ਵੀ ਯਾਰ ਇਦਾਂ ਕੰਮ ਕੀਤਾ ਜਾਏ, ਅਡਲਟਰੇਸ਼ਨ ਨੂੰ ਰੋਕਣ ਲਈ, ਮਿਲਾਵਟਖੋਰੀ ਨੂੰ ਇਦਾਂ ਕੰਮ ਕੀਤਾ ਜਾਏ। ਦੁਨੀਆ ਗੰਦ ਖਾ ਆ ਰਹੇ ਲੋਕਾਂ ਨੂੰ, ਲੋਕੀ ਆਪਣੇ ਥੋੜੀ ਜਿਹੀ ਸਿੱਕਿਆਂ ਦੀ ਆਮਦਨ ਖਾਤਰ ਲੋਕਾਂ ਨੂੰ ਜ਼ਹਿਰ ਖਵਾਈ ਜਾਂਦੇ ਆ, ਨਕਲੀ ਪਨੀਰ, ਮਿਲਕ ਪ੍ਰੋਡਕਟ ਖਾਸ ਕਰਕੇ, ਜਾਂ ਬਹੁਤ ਕੁਝ ਹੋ ਰਿਹਾ। ਪਿੱਛੇ ਜੇ ਤਾਂ ਮੈਂ ਦੇਖਿਆ ਸੀ ਵੀ ਹਿਰਮਚੀ ਜਿਹੜੀ ਆ ਦੇਗੀ ਮਿਰਚ 'ਚ ਮਿਲਾ ਕੇ ਉਹ ਰੰਗ ਦੇਣਾ ਹੁੰਦਾ ਦਾਲ ਸਬਜ਼ੀ ਨੂੰ, ਜਿਹੜਾ ਉਹਦੇ 'ਚ ਉਹ ਦੇਗੀ ਮਿਰਚ ਦੀ ਨਹੀਂ ਸੀ, ਉਹ ਸੀਗੀ ਹਿਰਮਚੀ, ਉਹ ਵੀ ਫੜੀ ਗਈ। ਤਾਂ ਇਦਾਂ ਦੀਆਂ ਗੱਲਾਂ ਜਦੋਂ ਲੱਗ ਰਹੀਆਂ ਯਾਰ, ਬੰਦਿਆਂ ਨੂੰ ਮਾਰਨ ਲਈ ਇਹ ਵੀ ਤਾਂ ਕਿੱਡਾ ਵੱਡਾ ਕਤਲ ਹੀ ਆ ਲੋਕਾਂ ਦਾ। ਵੀ ਜਿਹੜਾ ਅਸੀਂ ਅਡਲਟਰੇਸ਼ਨ ਕਰਕੇ ਮਿਲਾਵਟਖੋਰੀ ਨਾਲ ਉਹ ਕਿਤੇ ਵੀ ਆ ਨਹੀਂ ਰਿਹਾ ਸਾਹਮਣੇ। ਉਹ ਇੱਕ ਮਕਸਦ ਸੀਗਾ ਵੀ ਬਤੌਰ ਕਿਤੇ ਰੱਬ ਮੌਕਾ ਦੇਵੇ ਨਾ ਤੇ ਬਤੌਰ DHO ਆਈਏ ਤੇ ਫੂਡ ਦਾ ਓਵਰਆਲ ਇੰਚਾਰਜ ਹੋਈਏ ਤੇ ਫਿਰ ਕੁਝ ਨਾ ਅਡਲਟਰੇਸ਼ਨ ਨੂੰ ਨੱਥ ਪਾਉਣ ਲਈ ਕੁਝ ਕਰ ਸਕੀਏ, ਮਿਲਾਵਟਖੋਰੀ ਨੂੰ। ਸਿੰਗਲ ਪੁਆਇੰਟ ਏਜੰਡਾ ਜੀ, ਜਿਹੜਾ ਜ਼ਹਿਰ ਵਿਕਦਾ, ਜਿਹੜੀ ਅਡਲਟਰੇਸ਼ਨ ਆ, ਮਿਲਾਵਟਖੋਰੀ ਆ। ਮੈਨੂੰ ਸਰ, ਮੈਂ ਇਸ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਰਦਾ, ਪਤਾ ਨਹੀਂ 10 ਮਹੀਨੇ ਰਹਿਣਾ ਕਿ 10 ਦਿਨ ਰਹਿਣਾ DHO, ਪਤਾ ਨਹੀਂ ਕਿੰਨੇ ਸਾਲ ਰਹਾਂਗੇ, ਪਰ ਜਿੰਨਾ ਚਿਰ ਰਹਾਂਗੇ ਨਾ 2 ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ। ਪੀਰੀਅਡ ਭਾਵੇਂ ਘੱਟ ਹੋਵੇ ਮੇਰਾ, ਪਰ ਮੈਂ ਇੱਕ ਵਾਰੀ ਦੱਸ ਦੂੰਗਾ ਵੀ ਕਿਵੇਂ ਕੰਮ ਕਰੀਦਾ। ਨੀਂਦਾਂ ਉਡਣੀਆਂ ਚਾਹੀਦੀਆਂ ਜਿਹੜੇ ਲੋਕ ਗੰਦ ਵੇਚਦੇ, ਉਹਨਾਂ ਦੀ ਇਹੀ ਮਕਸਦ। ਬਹੁਤ ਦੋਸਤੋ, ਇਹ ਸਨ ਡਾਕਟਰ ਲਖਵੀਰ ਸਿੰਘ ਜੀ, PCMS
ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਤਾਇਨਾਤ, ਜਿਨ੍ਹਾਂ ਦੀ ਹੁਣੇ ਬਤੌਰ DHO ਜਿਹੜੀ ਪ੍ਰਮੋਸ਼ਨ ਹੋਈ ਹੈ। ਕਿਸ ਤਰ੍ਹਾਂ ਉਹਨਾਂ ਨੇ ਕਰੋਨਾ ਨੂੰ ਲੈ ਕੇ 2014 ਡੇਂਗੂ ਆਇਆ, ਡੇਂਗੂ ਤੋਂ ਬਾਅਦ ਹੋਰ ਵਾਇਰਲ ਆਏ ਤੇ ਨਾਲ ਕਰੋਨਾ ਨੂੰ ਲੈ ਕੇ ਬੜੇ ਵਿਸਤਾਰ ਨਾਲ ਦੱਸਿਆ ਕਿਸ ਤਰ੍ਹਾਂ ਉਹਨਾਂ ਤੋਂ ਬਚਿਆ ਜਾ ਸਕਦਾ, ਕਿਸ ਤਰ੍ਹਾਂ ਪ੍ਰੀਕਾਸ਼ਨ ਲਿਆ ਜਾ ਸਕਦਾ, ਟ੍ਰੀਟਮੈਂਟ ਕਿਆ ਹੈ, ਕਿਸ ਤਰ੍ਹਾਂ ਲੋਕਾਂ ਨੂੰ ਉਹਨਾਂ ਨੂੰ ਜਾਗਰੂਕ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਮਾਨ ਸਨਮਾਨ ਮਿਲਿਆ ਉਹਦੇ ਬਾਰੇ ਵੀ ਵਿਸਤਾਰ ਸੇ ਦੱਸਿਆ। ਤੇ ਫਿਰ ਹੁਣ ਆਪਣੀ DHO ਦੀ ਪੋਸਟ ਜੁਆਇਨ ਕਰਨ ਤੋਂ ਬਾਅਦ ਉਹਨਾਂ ਦਾ ਕੀ ਆਦੇਸ਼ ਆ, ਕੀ ਉਹਨਾਂ ਦਾ, ਉਹ ਵੀ ਉਹਨਾਂ ਨੇ ਸਾਨੂੰ ਵਿਸਤਾਰ ਨਾਲ ਦੱਸਿਆ। ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਵਾਮ ਤੱਕ, ਲੋਕਾਂ ਤੱਕ ਪਹੁੰਚਾਈਏ ਤਾਂ ਕਿ ਇਹਨਾਂ ਵੱਲੋਂ ਕੀਤੇ ਗਏ ਵਿਚਾਰ ਗੱਲਾਂ ਦੇ ਨਾਲ ਲੋਕ ਲਾਹਾ ਲੈ ਸਕਣ। ਹੁਸ਼ਿਆਰਪੁਰ ਤੋਂ BBC ਪੰਜਾਬ ਲਈ ਦਲਜੀਤ ਅਜਨੋਹਾ।